मैं यही तो कह रहा कि जे उन्होंने इन्ना इलम है तो मतलब इन्होंने मोदी ने फिर पूरी गल मोदी ने दसी होगी उन्होंने। पहली गल तो इन्होंने वैसे पंजाब का ਜਿਹੜੇ ਹਾਲਾਤਾਂ ਚੋਂ ਲੰਘ ਰਿਹਾ ਅਜਿਹੀ ਛੋਟੀ ਰਾਜਨੀਤੀ नहीं करनी चाहिए। इन्होंने देखना चाहिए कि कांग्रेस पार्टी ने ਜਦੋਂ ਦੀ ਸਰਕਾਰ ਚਾਹੀ ਹੈ ਕਦੀ ਇਹਨਾਂ ਦਾ GST ਰੋਕ ਦਿੱਤਾ ਜਾਂਦਾ ਆ, ਡਿਵੈਲਪਮੈਂਟ ਨਹੀਂ ਹੋਣ ਦਿੱਤੀ ਜਾਂਦੀ, ਕਦੀ RDF ਰੋਕ ਦਿੱਤਾ ਜਾਂਦਾ ਆ, ਬਜਾਏ ਇਹਦੇ ਕਿ ਇਹ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨ ਇਹ ਦੱਸਣ ਲੋਕਾਂ ਨੂੰ ਕਿ ਸਾਰੀ BJP ਤੁਹਾਡੀ ਪਾਰਟੀ 'ਚ ਕੋਈ ਸ਼ਾਮਲ ਹੋ ਰਹੀ, ਕਿਸੇ ਹੋਰ ਪਾਰਟੀ 'ਚ ਕਿਉਂ ਨਹੀਂ ਸ਼ਾਮਲ ਹੋ ਰਹੀ। ਉਹ ਕਹਿ ਰਹੇ ਕਿ 1984 ਦਾ ਹਮਲਾ ਹੋਇਆ ਸੀ ਉਦੋਂ ਵੀ ਕਾਂਗਰਸ ਨੇ ਕਰਾਇਆ ਸੀ ਤੇ ਅੱਜ ਵੀ ਹਮਲਾ ਕਾਂਗਰਸ ਨੇ ਕਰਾਇਆ, ਜਿਹਦੇ ਕਰਕੇ ਹਰਮੰਦਰ ਸਾਹਿਬ ਵੀ ਜਿਹੜਾ ਇਸ ਵਕਤ BSF ਨੂੰ ਦੇ ਦਿੱਤਾ ਗਿਆ ਤੇ ਕਾਂਗਰਸ ਪਾਰਟੀ ਕੁਝ ਨਹੀਂ ਕਰ ਰਹੀ। ਪਰ ਜਿਹੜਾ ਹਮਲਾ ਇਹਨਾਂ ਨੇ ਸਿੱਖੀ ਤੇ ਕੀਤਾ ਆ, ਬਰਗਾੜੀ ਦੀ ਕਾਂਡ ਦੀ ਗੱਲ ਕਰ ਲਓ, ਉਹਦਾ ਜੋ ਕੁਝ ਇਹਨਾਂ ਨੇ ਪਿੱਛੇ ਹੋ ਕੇ ਕੀਤਾ ਤੇ ਜਿਸ ਤਰੀਕੇ ਦੇ ਨਾਲ ਇਹ ਕੋਰਟ 'ਚੋਂ ਬਚੇ ਆ ਹਰ ਇੱਕ ਨੂੰ ਪਤਾ ਹੈ। ਉਸ ਤੋਂ ਬਾਅਦ 328 ਸਰੂਪ ਗੁਰੂ ਸਾਹਿਬ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚੋਂ ਇਹਨਾਂ ਦੇ ਹੁਕਮਾਂ ਦੇ ਨਾਲ ਹੀ ਉਹ ਖੁਰਦ-ਬੁਰਦ ਹੋਏ ਹੁਣ। 2022 ਦੀ ਚੋਣਾਂ ਨੂੰ ਲੈ ਕੇ ਸਿਆਸਤ ਗਰਮਾ ਚੁੱਕੀ ਹੈ ਤਾਂ ਇਸ ਵਕਤ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਪੰਜਾਬ ਦੇ ਅਧਿਕਾਰ ਦਾ ਸਭ ਤੋਂ ਵੱਡਾ ਮੁੱਦਾ ਬਣ ਕੇ ਸਾਹਮਣੇ ਆ ਰਿਹਾ ਹੈ। BSF ਨੂੰ ਜਿਸ ਤਰ੍ਹਾਂ ਅਧਿਕਾਰ ਦਿੱਤੇ ਗਏ ਨੇ ਤੇ ਸਿਆਸੀ ਪਾਰਟੀਆਂ ਵੱਲੋਂ ਜਿਹੜਾ ਹੈ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਖਾਸ ਕਰਕੇ ਅਕਾਲੀ ਦਲ ਵੱਲੋਂ ਕਾਂਗਰਸ ਤੇ ਨਿਸ਼ਾਨਾ ਸਾਧਾ ਜਾ ਰਿਹਾ ਕਿ ਜਿਹੜੀ ਇਹਦੀ ਬੈਟਲਫੀਲਡ ਸੀ ਉਹ ਕਾਂਗਰਸ ਨੇ ਤਿਆਰ ਕਰਕੇ ਦਿੱਤੀ ਹੈ। ਹਰਸਿਮਰਤ ਕੌਰ ਬਾਦਲ ਵੱਲੋਂ ਟਵੀਟ ਕੀਤਾ ਗਿਆ ਹੈ ਕਿ ਸੁਖਜਿੰਦਰ ਰੰਧਾਵਾ ਵੱਲੋਂ ਪੂਰਾ ਸਭ ਕੁਝ ਤਿਆਰ ਕੀਤਾ ਗਿਆ ਸੀ। ਉਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ। ਸਾਂਸਦ ਗੁਰਜੀਤ ਸਿੰਘ ਔਜਲਾ ਸਾਡੇ ਨਾਲ ਮੌਜੂਦ ਨੇ। ਔਜਲਾ ਸਾਹਿਬ, ਸਿੱਧੇ ਤੌਰ ਤੇ ਇਲਜ਼ਾਮ ਤੁਹਾਡੇ ਤੇ ਹੈ ਕਿ ਤੁਸੀਂ ਸਾਰਾ ਬੈਟਲਫੀਲਡ ਤਿਆਰ ਕੀਤੀ ਹੈ, ਪੂਰੀ ਹਿਮਾਇਤ BJP ਦੀ ਕੀਤੀ ਹੈ, ਜਿਸ ਕਰਕੇ ਅੱਜ ਪੰਜਾਬ ਨੂੰ ਇਹ ਦਿਨ ਦੇਖਣਾ ਪੈਂਦਾ ਪਿਆ ਕਿ ਪੰਜਾਬ ਦੇ ਆਪਣੇ ਅਧਿਕਾਰ ਹੀ ਖਤਮ ਹੋ ਰਹੇ ਨੇ। ਬੜੇ ਅਫਸੋਸ ਦੀ ਗੱਲ ਹੈ ਜਿਹੜੇ ਆਪਣੇ ਆਪ ਨੂੰ ਪੰਜਾਬ ਦੇ ਲੰਬਰਦਾਰ ਕਹਾਉਂਦੇ ਨੇ, ਜਿਹੜੇ ਆਪਣੇ ਆਪ ਨੂੰ ਪੰਥਕ ਪਾਰਟੀ ਕਹਾਉਂਦੇ ਨੇ, ਜਿਸ ਤਰੀਕੇ ਦੇ ਨਾਲ ਪੰਜਾਬ ਨੂੰ ਉਹਨਾਂ ਨੇ ਮਤਲਬ ਗੋਡਿਆਂ ਭਾਰ ਕੀਤਾ ਇਹ ਹਰ ਪੰਜਾਬੀ ਜਾਣਦਾ। ਇਸੇ ਕਾਰਨ ਹੈ ਕਿ ਉਹਨਾਂ ਨੂੰ ਬਹੁਤ ਘੱਟ ਸੀਟਾਂ ਪਿਛਲੀ ਵਾਰੀ ਮਿਲੀਆਂ ਸੀ ਔਰ ਉਸ ਤੋਂ ਬਾਵਜੂਦ ਕਿਸਾਨੀ ਮੁੱਦੇ ਦੇ ਉੱਤੇ ਜਿਸ ਤਰੀਕੇ ਨਾਲ ਉਹਨਾਂ ਨੇ ਕੇਂਦਰ ਦਾ ਸਾਥ ਦਿੱਤਾ ਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਇੱਕ ਸਾਜ਼ਿਸ਼ ਦੇ ਤਹਿਤ ਪੰਜਾਬ ਦੇ ਨਾਲ ਭੇਜਿਆ ਗਿਆ ਅਲੱਗ ਕਰਕੇ ਕਿ ਤੁਸੀਂ ਜਾਓ, ਤੇ ਜਿੰਨੇ BJP ਦੇ ਲੀਡਰ ਨੇ ਸਾਰੇ ਅਕਾਲੀ ਦਲ ਦੀ ਪਾਰਟੀ ਜਾ ਰਹੇ ਨੇ। ਸੋ ਉਹ ਬੰਦੇ ਤੇ ਇਹਦਾ ਮਤਲਬ ਹੈ ਉਹਨਾਂ ਨੂੰ ਅੰਦਰੋਂ ਕਿਸੇ ਨੇ ਦੱਸਿਆ ਹੋਊਗਾ ਜੋ ਵੀ ਹੋਇਆ। ਪਰ ਉਹ ਤੇ ਤੁਹਾਡੇ ਤੇ ਇਲਜ਼ਾਮ ਲਾ ਰਹੇ, ਕਹਿੰਦੇ ਹੋਮ ਮਿਨਿਸਟਰ ਹੋ ਕੇ ਬੈਟਲਫੀਲਡ ਸਾਰੀ ਸੁਖਜਿੰਦਰ ਰੰਧਾਵਾ ਵੱਲੋਂ ਤਿਆਰ ਕੀਤੀ ਗਈ ਤੇ ਉਸ ਤੋਂ ਬਾਅਦ ਜਿਹੜਾ ਹੈ ਉਸ ਤੋਂ ਬਾਅਦ ਇੱਕ ਆਰਡਰ ਹੀ ਕਰਨਾ ਸੀ ਤੇ ਉਹ ਕਰਤਾ। ਮੈਂ ਇਹੀ ਤੇ ਕਹਿ ਰਿਹਾ ਕਿ ਜੇ ਉਹਨਾਂ ਨੂੰ ਇੰਨਾ ਇਲਮ ਹੈਗਾ ਤਾਂ ਮਤਲਬ ਇਹਨਾਂ ਨੇ ਮੋਦੀ ਨੇ ਫਿਰ ਪੂਰੀ ਗੱਲ ਮੋਦੀ ਨੇ ਦੱਸੀ ਹੋਏਗੀ ਉਹਨਾਂ ਨੂੰ ਨਰਿੰਦਰ ਮੋਦੀ ਜੀ ਹੋਣਾ ਪੂਰੀ ਗੱਲ ਦੱਸੀ ਹੋਊਗੀ, ਅਮਿਤ ਸ਼ਾਹ ਹੋਣਾ ਗੱਲ ਦੱਸੀ ਹੋਊਗੀ, ਤਾਂ ਮਤਲਬ ਇਹਨਾਂ ਦੀ ਗੱਲਬਾਤ ਅੰਦਰ ਪੂਰੀ ਹੈਗੀ ਹੈ ਨਾ। ਪਹਿਲੀ ਗੱਲ ਤੇ ਇਹਨਾਂ ਨੂੰ ਵੈਸੇ ਪੰਜਾਬ ਦਾ ਜਿਹੜੇ ਹਾਲਾਤਾਂ ਚੋਂ ਲੰਘ ਰਿਹਾ ਅਜਿਹੀ ਛੋਟੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਇਹਨਾਂ ਨੂੰ ਦੇਖਣਾ ਚਾਹੀਦਾ ਕਿ ਕਾਂਗਰਸ ਪਾਰਟੀ ਨੇ ਜਦੋਂ ਦੀ ਸਰਕਾਰ ਚਾਹੀ ਹੈ ਕਦੀ ਇਹਨਾਂ ਦਾ GST ਰੋਕ ਦਿੱਤਾ ਜਾਂਦਾ ਆ, ਡਿਵੈਲਪਮੈਂਟ ਨਹੀਂ ਹੋਣ ਦਿੱਤੀ ਜਾਂਦੀ, ਕਦੀ RDF ਰੋਕ ਦਿੱਤਾ ਜਾਂਦਾ ਆ, ਮਤਲਬ ਲੰਬਾ ਸੰਘਰਸ਼ ਇਹਨਾਂ ਚੀਜ਼ਾਂ ਵਾਸਤੇ ਕਰਦੇ ਹਾਂ ਅਸੀਂ, ਬਜਾਏ ਇਹਦੇ ਕਿ ਇਹ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨ ਤੇ ਇਹ ਦੱਸਣ ਲੋਕਾਂ ਨੂੰ ਕਿ ਸਾਰੀ BJP ਤੁਹਾਡੀ ਪਾਰਟੀ 'ਚ ਕੋਈ ਸ਼ਾਮਲ ਹੋ ਰਹੀ, ਕਿਸੇ ਹੋਰ ਪਾਰਟੀ 'ਚ ਕਿਉਂ ਨਹੀਂ ਸ਼ਾਮਲ ਹੋ ਰਹੀ। ਉਹ ਕਹਿ ਰਹੇ ਕਿ 1984 ਦਾ ਹਮਲਾ ਹੋਇਆ ਸੀ ਉਦੋਂ ਵੀ ਕਾਂਗਰਸ ਨੇ ਕਰਾਇਆ ਸੀ ਤੇ ਅੱਜ ਵੀ ਹਮਲਾ ਕਾਂਗਰਸ ਨੇ ਕਰਾਇਆ, ਜਿਹਦੇ ਕਰਕੇ ਹਰਮੰਦਰ ਸਾਹਿਬ ਵੀ ਜਿਹੜਾ ਇਸ ਵਕਤ BSF ਨੂੰ ਦੇ ਦਿੱਤਾ ਗਿਆ ਤੇ ਕਾਂਗਰਸ ਪਾਰਟੀ ਕੁਝ ਨਹੀਂ ਕਰ ਰਹੀ। ਕਾਂਗਰਸ ਨੇ ਜੇ ਕੋਈ ਕੀਤਾ ਹੋਊਗਾ ਤੇ ਸਜ਼ਾ ਮੇਰਾ ਖਿਆਲ ਸ਼ਾਇਦ ਮਤਲਬ ਮਿਲੀ ਹੋਊਗੀ ਔਰ ਪਰਮਾਤਮਾ ਨੇ ਕਚਹਿਰੀ 'ਚ ਹੈ। ਪਰ ਜਿਹੜਾ ਹਮਲਾ ਇਹਨਾਂ ਨੇ ਸਿੱਖੀ ਤੇ ਕੀਤਾ ਆ, ਬਰਗਾੜੀ ਦੀ ਕਾਂਡ ਦੀ ਗੱਲ ਕਰ ਲਓ, ਉਹਦਾ ਜੋ ਕੁਝ ਇਹਨਾਂ ਨੇ ਪਿੱਛੇ ਹੋ ਕੇ ਕੀਤਾ ਤੇ ਜਿਸ ਤਰੀਕੇ ਦੇ ਨਾਲ ਇਹ ਕੋਰਟ 'ਚੋਂ ਬਚੇ ਆ ਹਰ ਇੱਕ ਨੂੰ ਪਤਾ ਹੈ। ਉਸ ਤੋਂ ਬਾਅਦ 328 ਸਰੂਪ ਗੁਰੂ ਸਾਹਿਬ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚੋਂ ਇਹਨਾਂ ਦੇ ਹੁਕਮਾਂ ਦੇ ਨਾਲ ਹੀ ਉਹ ਖੁਰਦ-ਬੁਰਦ ਹੋਏ ਹੁਣ। ਇਹ ਸਾਰਾ ਮੈਂ ਪਰ ਮੇਰਾ ਸਵਾਲ ਮੈਂ ਇੱਥੇ ਰੋਕਣਾ ਚਾਹਾਂਗਾ, ਪਰ ਕਾਰਵਾਈ ਤੁਹਾਡੇ ਵੱਲੋਂ ਵੀ ਕੋਈ ਨਹੀਂ ਕੀਤੀ ਗਈ। 4.5 ਸਾਲ ਦਾ ਵਕਫਾ ਹੋ ਗਿਆ, ਨਾ ਤੇ ਬੇਅਦਬੀ ਤੇ ਇਨਸਾਫ ਮਿਲਿਆ ਤੇ ਨਾ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 328 ਸਰੂਪ ਜਿਹੜੇ ਗਾਇਬ ਹੋਏ ਉਹ 'ਚ ਇਨਸਾਫ ਮਿਲਿਆ। ਮੈਂ ਗੱਲ ਉਹੀ ਦੱਸ ਰਿਹਾ, 328 ਸਰੂਪ ਦੇ ਵਿੱਚ ਇਹਨਾਂ ਨੇ ਕਾਨੂੰਨ 'ਚ ਗਏ ਹੀ ਨਹੀਂ, ਇਹਨਾਂ ਨੇ ਜਾਣ ਹੀ ਨਹੀਂ ਦਿੱਤਾ ਉੱਧਰ। ਪਰ ਜਿਹੜੇ ਮੈਂ ਦੱਸਦਾ ਜੀ, ਪਰ ਜਿਹੜਾ ਤੁਸੀਂ 4.5 ਸਾਲ ਦੀ ਗੱਲ ਕਰਦੇ ਬੇਅਦਬੀ ਦੀ, ਉਹਦੇ ਵਿੱਚ ਰਿਪੋਰਟ ਜਿਹੜੀ ਸੀ ਸਿੱਟ ਵੱਲੋਂ ਪੇਸ਼ ਕੀਤੀ ਗਈ ਔਰ ਜਿਸ ਤਰੀਕੇ ਦੇ ਨਾਲ ਬਗੈਰ ਸੁਣੇ ਹਾਈ ਕੋਰਟ ਵੱਲੋਂ ਰਿਜੈਕਟ ਕੀਤੀ ਗਈ, ਉਹਦੇ ਤੇ ਵੀ ਬੜੇ ਕਿੰਤੂ ਪਰੰਤੂ ਹੋਏ ਆ, ਬੜਾ ਡਿਬੇਟ ਉੱਤੇ ਚੱਲੀਆਂ ਨੇ ਵੀ ਕਦੀ ਇਦਾਂ ਦੇ ਫੈਸਲੇ ਹੋਏ ਨਹੀਂ। ਸਾਨੂੰ ਤੇ ਇੱਕ ਸਾਈਡ ਤੇ ਰੱਖ ਦਿਓ, ਚਲੋ ਜੇ ਕੋਈ ਸਾਡੀ ਸਜ਼ਾ ਜੇ ਕੋਈ ਅਸੀਂ ਕੁਤਾਹੀ ਕੀਤੀ ਹੋਊਗੀ ਲੋਕ ਕਚਹਿਰੀ 'ਚ ਅਸੀਂ ਜਾਣਾ, ਲੋਕ ਫੈਸਲਾ ਕਰ ਦੇਣ। ਪਰ ਜਿਹੜਾ ਫੈਸਲਾ ਕੋਰਟ ਤੋਂ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਉਹਨੂੰ ਮੋਲਡ ਕੀਤਾ, ਇਹ ਵੀ ਇੱਕ ਇਤਿਹਾਸ ਦੇ ਵਿੱਚ ਮਤਲਬ ਵੱਖਰਾ ਹੀ ਵਿਲੱਖਣ ਫੈਸਲਾ ਸੀ ਕਿ ਕੋਰਟ ਆਰਡਰ ਕਰਕੇ ਤੇ 2-2 ਹਫ਼ਤੇ ਫੈਸਲਾ ਲਿਖਣ ਤੇ ਲਾ ਦੇ। ਸੋ ਇਹ ਜਿਹੜੀਆਂ ਸਾਰੇ ਸਵਾਲ ਸੀ, ਇਹ ਨਿਆਂ ਪ੍ਰਣਾਲੀ ਦੇ ਸਵਾਲ ਵੀ ਇਹਨਾਂ ਦੀ ਵਜ੍ਹਾ ਕਰਕੇ ਚੁੱਕੇ ਗਏ ਨੇ।
ਕਾਨੂੰਨ ਸਭ ਤੋਂ ਸਰਵੋਤਮ ਹੈ, ਅਸੀਂ ਅਦਾਲਤਾਂ ਦਾ ਸਤਿਕਾਰ ਕਰਦੇ ਹਾਂ, ਪਰ ਇਹਨਾਂ ਜਿਸ ਤਰੀਕੇ ਦੇ ਨਾਲ ਉੱਥੋਂ ਬਚਣ ਦੇ ਵਿੱਚ ਇਹ ਕਾਮਯਾਬ ਰਹੇ ਨੇ, ਜਿਸ ਵੀ ਤਰੀਕੇ ਦੇ ਨਾਲ, ਉਹ ਸਾਰੀ ਪਬਲਿਕ ਦੇ ਸਾਹਮਣੇ ਹੈ। ਔਰ ਉਸ ਤੋਂ ਬਾਅਦ ਡੇਰੇ ਵਾਲੇ ਦੀ ਫਿਲਮ ਦੇ ਪੋਸਟਰ ਨੂੰ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਰਿਲੀਜ਼ ਕਰਾਇਆ, ਉਸ ਤੋਂ ਬਾਅਦ ਜਿਹੜੇ ਜਥੇਦਾਰ ਸਾਹਿਬਾਨ ਨੇ ਉਹਨਾਂ ਨੂੰ ਘਰ ਬੁਲਾ ਕੇ ਜਿਸ ਤਰੀਕੇ ਨਾਲ ਮਾਫੀ ਦਿੱਤੀ ਗਈ, ਉਹਦੇ ਬਾਰੇ ਜਵਾਬ ਦੇ ਸਕਦੇ ਕਿਸੇ ਨੂੰ? ਅੱਜ ਜਿੰਨਾ ਕਾਣ ਸਿੱਖ ਕੌਮ ਦਾ ਇਹਨਾਂ ਨੇ ਕੀਤਾ ਹੈ, ਕਿਸੇ ਨੇ ਨਹੀਂ ਕੀਤਾ। ਤੁਸੀਂ ਅੱਜ ਦੇਖੋ ਗੁਰੂ ਰਾਮਦਾਸ ਜੀ ਹਸਪੀਟਲ ਹੈ ਇੱਥੇ ਅੰਮ੍ਰਿਤਸਰ ਦੇ ਵਿੱਚ, ਸਾਡੀ ਕੌਂਸਟੀਚੁਐਂਸੀ 'ਚ ਪ੍ਰਾਈਵੇਟ ਤੋਂ ਮਹਿੰਗਾ ਹਸਪੀਟਲ ਸਾਬਤ ਹੋਇਆ, ਜਦ ਕਿ ਉਹ ਸਿੱਖਾਂ ਦੇ ਜਿਹੜਾ ਦਾਨ ਕਰਦੇ ਹੈ, ਜਿਹੜਾ ਲੋਕ ਮੱਥਾ ਟੇਕਦੇ ਨੇ ਆ ਕੇ ਗੁਰੂ ਘਰ ਦੇ ਵਿੱਚ, ਉਹਦੇ ਨਾਲ ਚੱਲਦਾ ਆ, ਉਹਦੇ ਨਾਲ ਤਨਖਾਹਾਂ ਦਿੱਤੀਆਂ ਜਾਂਦੀਆਂ। ਪਰ ਸਭ ਤੋਂ ਮਹਿੰਗਾ ਹਸਪੀਟਲ ਅੱਜ ਇਹ ਹੈਗਾ, ਉਹ ਸਿੱਖਾਂ ਦੇ ਜਾਂ ਆਮ ਪਬਲਿਕ ਦੇ ਸਹੂਲਤਾਂ ਵਾਸਤੇ ਨਹੀਂਗਾ, ਕਮਾਈ ਦਾ ਇੱਕ ਸਾਧਨ ਇਹਨਾਂ ਦਾ ਬਣ ਗਿਆ, ਇਹਨਾਂ ਦੀਆਂ ਰੈਲੀਆਂ ਦੇ ਭੁਗਤਾਉਣ ਦਾ, ਇਹਨਾਂ ਦੇ ਲੰਗਰ ਭੁਗਤਾਉਣ ਦਾ ਇੱਕ ਸਾਧਨ ਬਣ ਗਿਆ, ਇਹਨਾਂ ਨੂੰ ਡੀਜ਼ਲ ਪੈਟਰੋਲ ਪਵਾ ਕੇ ਦੇਣ ਦਾ ਇੱਕ ਸਾਧਨ ਬਣ ਗਈ ਕਮੇਟੀ। ਅੱਜ ਪ੍ਰਚਾਰ ਜਿਹੜਾ ਸਿੱਖੀ ਦਾ ਪ੍ਰਚਾਰ, ਇਹ ਦੱਸ ਦੇਣ ਇਹਨਾਂ ਨੇ ਕੀ ਕਰਵਾਇਆ ਅਜੇ ਤੱਕ ਉਹਦੇ 'ਚ, ਸਵਾਏ ਪੰਜਾਬ ਨੂੰ ਲੁੱਟਣ ਤੋਂ ਇਹਨਾਂ ਨੇ ਕੀਤਾ ਕੀ ਹੈ। 10 ਸਾਲ ਦੇਖੋ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਪੈਰ ਲਵਾਏ ਨਸ਼ਿਆਂ ਦੇ ਇੱਥੇ ਪੰਜਾਬ ਦੇ ਵਿੱਚ, ਜਿਸ ਤਰੀਕੇ ਨਾਲ ਬੇਹਤਾਸ਼ਾ ਸਾਰਾ ਪੰਜਾਬ ਜਾਂਦਾ, ਇਹਨਾਂ ਦੀ ਜਾਇਦਾਦ ਕਿੱਦਾਂ ਵਾਧਾ ਹੋਇਆ। BSF ਤੇ ਗੱਲ ਕਰ ਰਹੇ ਆ, ਮੇਨ BSF ਦਾ ਜਿਹੜਾ ਇਸ਼ੂ ਹੈ ਉਹਦੇ ਤੇ ਉਹ ਗੱਲ ਕਰ ਰਹੇ ਨੇ ਕਿ ਕਾਂਗਰਸ ਨੇ ਵੇਚ ਦਿੱਤਾ ਪੰਜਾਬ ਨੂੰ। ਦੇਖੋ ਕਾਂਗਰਸ ਕਿੱਦਾਂ ਕਰ ਸਕਦੀ ਹੈ, ਜਿਹੜੀ BSF ਹੈ ਉਹ ਸੈਂਟਰ ਦੇ ਅੰਡਰ ਹੈ, ਤੇ ਅਸੀਂ ਤਾਂ ਹਰ ਤਾਂ ਉਹਨਾਂ ਦੀ ਮੁਖਾਲਫਤ ਕਰ ਰਹੇ। ਸਾਹਿਬ ਮਿਲਣ ਗਏ ਸੀ, ਉਹਨਾਂ ਨੇ ਕਿਹਾ ਕਿ ਸਾਨੂੰ ਇੱਦਾਂ ਦੀ ਫੋਰਸਿਸ ਭੇਜੋ। ਨਹੀਂ, ਇਹਦਾ ਮਤਲਬ ਹੈ ਤੁਸੀਂ ਇਸ ਗੱਲ ਨੂੰ ਤਾਂ ਸਹਿਮਤ ਹੈ ਨਾ, ਤੁਸੀਂ ਅੰਦਰ ਸੁੱਕਾ ਜਦੋਂ ਕਿਸਾਨੀ ਬਿੱਲ ਬਣੇ ਨੇ, ਇਸ ਬੰਨੇ ਵੀ ਆਓ ਨਾ ਤੁਸੀਂ ਜੇ ਤੁਹਾਨੂੰ ਪਤਾ ਲੱਗਦਾ ਕਿ ਇੱਕ ਵਾਰੀ ਮਿਲਦੇ ਨਾਲ ਇੰਨੇ ਵੱਡੇ ਫੈਸਲੇ ਹੋ ਜਾਂਦੇ ਆ, ਤੇ ਤੁਸੀਂ ਕੈਬਨਿਟ ਵਜ਼ੀਰ ਸੋ, ਉਹ ਵੀ ਮੰਨੋ। ਫਿਰ ਤੁਸੀਂ ਜਦੋਂ ਕਿਸਾਨੀ ਬਿੱਲ ਜਿਹੜਾ ਤੁਸੀਂ ਪਾਸ ਕਰਾਇਆ, ਜਦੋਂ ਤੁਸੀਂ ਸੋਲੇ ਗਾਉਂਦੇ ਰਹੇ ਜੇ, ਉਹ ਤੇ ਤੁਸੀਂ ਸਭ ਕੁਝ ਕਰਨ ਦੇ ਬਾਵਜੂਦ ਆਂਦੇ ਜੀ ਸਾਨੂੰ ਪਤਾ ਨਹੀਂ ਲੱਗਾ। ਤੇ ਚੰਨੀ ਸਾਹਿਬ ਇੱਕ ਮਤਲਬ ਕਿ ਮਰਿਆਦਾ ਆ, ਕੋਈ ਵੀ CM ਬਣਦਾ ਉਹ ਮਿਲ ਜਾਂਦਾ, ਚਾਹੇ ਮਮਤਾ ਬੈਨਰਜੀ ਬਣੇ ਨੇ, ਚਾਹੇ ਇਹ ਬਣੇ ਨੇ, ਚਾਹੇ ਗਹਿਲੋਤ ਬਣੇ ਨੇ, ਹਰ CM ਇੱਕ ਵਾਰੀ ਸੀ ਮਿਲਦਾ ਆ, ਤੇ ਆਪਣੀਆਂ ਗੱਲਾਂ ਜਿਹੜੀਆਂ ਕੀਤੀਆਂ ਉਹਨਾਂ ਆ ਕੇ ਰੱਖੀਆਂ ਨੇ। ਸੋ BJP ਦੇ ਵਿਰੋਧ ਦੇ ਵਿੱਚ ਕਾਂਗਰਸ ਪਾਰਟੀ ਜਿਸ ਤਰੀਕੇ ਨਾਲ ਦੇਸ਼ ਦੇ ਵਿੱਚ ਝੰਡਾ ਚੁੱਕ ਰਹੀ ਹੈ, ਜਿਸ ਤਰੀਕੇ ਦੇ ਨਾਲ ਹਰ ਖਿੱਤੇ ਦੇ ਵਿੱਚ ਕੋਈ ਘਟਨਾ ਵਾਪਰੀ ਹੋਵੇ ਜਿੱਥੇ ਧੱਕਾ ਹੁੰਦਾ ਹੈ, ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸਾਰੀ ਉੱਥੇ ਪਹੁੰਚਦੀ ਹੈ, ਦੇਸ਼ 'ਚ ਵੀ ਔਰ ਪ੍ਰਦੇਸ਼ ਦੇ ਵਿੱਚ ਵੀ। ਇਹ ਤੇ ਸਿਰਫ ਇੱਕ ਉਹਨਾਂ ਦਾ ਜਿਹੜਾ ਪਰਦੇ ਦੇ ਪਿੱਛੇ ਲੁਕਵਾਂ ਏਜੰਡਾ ਹੈ BJP ਦਾ, ਉਹ ਅਕਾਲੀ ਦਲ ਲਾਗੂ ਕਰ ਰਿਹਾ ਔਰ ਉਸ ਏਜੰਡੇ ਤੇ ਚੱਲ ਰਿਹਾ। ਇਹ ਜਿਹੜਾ ਹੋਇਆ ਵਾ, ਇਹ ਬਿਲਕੁਲ, ਕਿਉਂਕਿ ਇਸ ਵੇਲੇ ਨਾ BJP ਇੱਥੇ ਪੰਜਾਬ 'ਚ ਪੈਰ ਰੱਖ ਸਕਦੀ ਆ, ਇਹਨਾਂ ਦੇ ਵੀ ਮਾੜੇ ਹਾਲਤ ਨੇ, ਇਹਨਾਂ ਨੂੰ ਪਤਾ ਹੈ। ਇਹਨਾਂ ਦੋਵਾਂ ਨੇ ਰਲ ਕੇ ਇਹ ਜਿਹੜਾ ਕੰਮ ਕਰਾਇਆ, ਇਹ ਤੁਹਾਨੂੰ ਇਤਿਹਾਸ ਦੱਸੇਗਾ। ਇਹ ਜਦੋਂ ਵੀ ਪਰਤਾਂ ਫੁੱਲਣਗੀਆਂ, ਇਹ ਪ੍ਰਕਾਸ਼ ਸਿੰਘ ਬਾਦਲ ਜੀ, ਉਹਨਾਂ ਦਾ ਸਮੁੱਚਾ ਪਰਿਵਾਰ ਇਹਦੇ ਪਿੱਛੇ, ਇਹਨਾਂ ਦੀ ਪਾਰਟੀ ਤੁਹਾਨੂੰ ਨਸ਼ਰ ਆਏਗੀ। ਇਹ ਸਮਾਂ ਜਿਹੜਾ ਉਹ ਗੱਲ ਕੁਛ ਛੁਪੀ ਰਹਿ ਨਹੀਂ ਸਕਦੀ। ਸਿੰਘ ਸਿੱਧੂ ਨੂੰ ਵੀ ਬੇਇਨਸਾਫੀ ਦਾ ਸਾਹਮਣਾ ਕਰਨਾ ਪੈ ਰਿਹਾ ਕਾਂਗਰਸ ਪਾਰਟੀ 'ਚ। ਕਿਸ ਬੇਇਨਸਾਫੀ ਦਾ? ਉਹਨਾਂ ਦੀ ਕਦੀ ਪ੍ਰਧਾਨਗੀ ਹੈ ਜਾਂ ਨਹੀਂ, ਹਾਲੇ ਤੱਕ ਇਹ ਨਹੀਂ ਪਤਾ ਚੱਲ ਸਕਿਆ ਹੈ ਕਾਂਗਰਸ ਪਾਰਟੀ ਦਾ ਪ੍ਰਧਾਨ ਕੌਣ ਹੈ। ਕਦੀ ਉਹ ਕਹਿੰਦੇ ਮੈਂ ਛੱਡ ਰਿਹਾ, ਕਦੀ ਕਹਿੰਦੇ ਸਹਿਮਤੀ ਬਣ ਗਈ ਹੈ, ਕਦੀ ਕਹਿੰਦੇ ਮੇਰੇ ਮੁੱਦੇ ਨਹੀਂ ਲੋਕਾਂ ਨੂੰ ਕਹੇ, ਮੇਰੇ ਮਤਲਬ ਦਾ DGP ਨਹੀਂ ਲੱਗਾ। ਮਤਲਬ ਕੀ ਹੋ ਰਿਹਾ ਪੰਜਾਬ ਕਾਂਗਰਸ 'ਚ, ਕੀ ਹੋ ਰਿਹਾ? ਤੁਸੀਂ ਠੀਕ ਹੋਵੋਗੇ ਤੇ ਕੋਈ ਕੰਮ ਕਰੋਗੇ? ਨਹੀਂ, ਨਵਜੋਤ ਸਿੱਧੂ ਕਾਂਗਰਸ ਦੇ ਪ੍ਰਧਾਨ ਨੇ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਜੇ ਕੋਈ ਗੱਲ ਹੋਈ ਹੈ ਤੇ ਉਹਦਾ ਸੀਨੀਅਰ ਹਾਈ ਕਮਾਂਡ ਨੇ ਬੈਠ ਕੇ ਉਹਦਾ ਮਸਲਾ ਹੱਲ ਤਕਰੀਬਨ ਹੋ ਚੁੱਕਾ ਆ, ਔਰ ਉਹ ਤੁਹਾਡੇ ਸਾਹਮਣੇ ਤੁਸੀਂ ਦੇਖ ਵੀ ਲਿਆ ਹੋਵੇਗਾ ਕਿ ਅਸੀਂ ਤਗੜੇ ਹੋ ਕੇ 22 ਦੀਆਂ ਇਲੈਕਸ਼ਨਾਂ 'ਚ ਸਾਰੇ ਇਕੱਠੇ ਜਾਵਾਂਗੇ। ਔਰ ਕਿਤੇ ਨਾ ਕਿਤੇ ਪਾਰਟੀਆਂ ਦੇ ਵਿੱਚ ਇਹ ਗੱਲਾਂ ਹੋ ਜਾਂਦੀਆਂ, ਔਰ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੂੰਗਾ, ਕੋਈ ਗਰੇਜ਼ ਨਹੀਂ ਕਿ ਡੈਮੋਕ੍ਰੇਸੀ ਪਾਰਟੀ ਚਲੋ ਇੰਨੀ ਕਿਤੇ ਹੈਗੀ ਹੈ ਨਾ ਵੀ ਗੱਲ ਸੁਣੀ ਵੀ ਜਾਂਦੀ ਹੈ। ਅਕਾਲੀ ਦਲ ਤਾਂ ਨਹੀਂਗਾ, ਆਮ ਆਦਮੀ ਪਾਰਟੀ ਤੇ ਨਹੀਂ ਟਵੀਟ ਕਰਕੇ ਬਾਹਰ ਕੱਢ ਦਿਓ। ਮੁਸ਼ਕਲ ਪੈਦਾ ਕਰ ਰਹੀ ਹੈ। ਉਹ ਕਹਿੰਦੇ ਜੀ ਕਿ ਜਿਹੜੇ ਸਰਵੇ ਵੀ ਆਏ, ਉਹ ਕਹਿੰਦੇ ਆਮ ਆਦਮੀ ਪਾਰਟੀ ਅੱਗੇ ਆ ਰਹੀ, ਵੈਸੇ ਵੀ ਉਹਨਾਂ ਦੀ ਐਕਟੀਵਿਟੀ ਪਿਛਲੇ ਕੁਝ ਸਮੇਂ 'ਚ ਕਾਫੀ ਵਧੀ ਹੈ। ਐਕਟੀਵਿਟੀ ਨਹੀਂ ਹੋਣੀ, ਦੇਖੋ ਇਹ ਤੇ ਲੋਕ ਮੁੱਦਿਆਂ ਦੇ ਨਾਲ ਜਦੋਂ ਕਚਹਿਰੀ 'ਚ ਜਾਣਗੇ ਫਿਰ ਪਤਾ ਲੱਗਣਾ। ਪਾਣੀਆਂ ਦੇ ਮੁੱਦੇ ਤੇ ਕੇਜਰੀਵਾਲ ਸਾਹਿਬ ਹਰਿਆਣੇ ਨਾਲ ਖਲੋਂਦੇ ਆ ਕਿ ਪੰਜਾਬ ਨਾਲ ਖਲੋਂਦੇ ਨੇ। ਜੇ ਕੋਈ ਪੋਲੂਸ਼ਨ ਦਾ ਮੁੱਦਾ ਆ, ਸਿਰਫ 2 ਮਹੀਨੇ ਪਰਾਲੀ ਦੀ ਪੋਲੂਸ਼ਨ ਹੁੰਦਾ ਹੈ ਤੇ ਸਾਰੇ ਪੰਜਾਬ ਨੂੰ ਇਹ ਕਲੰਕਿਤ ਕਰਦੇ ਆ ਕੇਜਰੀਵਾਲ ਸਾਹਿਬ। ਇਹ ਤੇ ਮੁੱਦੇ ਜਦੋਂ ਲੋਕ ਕਚਹਿਰੀ 'ਚ ਜਾਵਾਂਗੇ ਫਿਰ ਪਤਾ ਲੱਗੇਗਾ ਕਿ ਕੌਣ ਕਿਹਦੇ ਨਾਲ ਖੜਾ ਆ। ਸੋ ਆਮ ਆਦਮੀ ਪਾਰਟੀ, ਕੇਜਰੀਵਾਲ ਸਾਹਿਬ ਕਿਸਾਨਾਂ ਦੇ ਮੁੱਦੇ ਤੇ ਪੰਚਾਇਤ ਕਰਦੇ ਆ 300 ਕਿਲੋਮੀਟਰ ਦਿੱਲੀੋਂ ਆ ਕੇ ਪੰਜਾਬ 'ਚ, ਕਦੀ ਪੰਚਾਇਤ ਕਰਦੇ ਆ ਉੱਤਰਾਖੰਡ 'ਚ ਜਾ ਕੇ, ਮਹਾਂ ਪੰਚਾਇਤ ਜਿਹਨੂੰ ਕਹਿੰਦੇ ਨੇ। ਦਿੱਲੀ 'ਚ ਅੱਜ 320 ਦਿਨ ਤੋਂ ਉੱਪਰ ਹੋ ਗਏ ਸਾਨੂੰ ਧਰਨਾ ਦਿੰਦਿਆਂ ਨੂੰ। ਸਾਡਾ ਧਰਨਾ ਚੱਲ ਰਿਹਾ, ਅਸੀਂ ਲਗਾਤਾਰ ਉੱਥੇ ਚਲਾਇਆ, ਅੱਜ ਵੀ ਹੈ। ਮੈਂਬਰ ਪਾਰਲੀਮੈਂਟ ਅਸੀਂ ਉੱਥੇ ਬੈਠੇ ਹਾਂ ਜੰਤਰ ਮੰਤਰ ਵਿਖੇ। ਉਹ ਕੌਂਸਟੀਚੁਐਂਸੀ ਕੇਜਰੀਵਾਲ ਸਾਹਿਬ ਦੀ ਕੌਂਸਟੀਚੁਐਂਸੀ ਹੈ। ਇੱਕ ਦਿਨ ਵੀ,
ਕਿਉਂਕਿ ਐਸੈਂਸ਼ੀਅਲ ਕਮੋਡਿਟੀ ਐਕਟ ਜਿਹੜਾ ਆ ਉਹ ਸਭ ਤੋਂ ਵੱਡੀ ਜਿਹੜੀ ਉਹਦੀ ਨੁਕਸਾਨ ਹੋਣਾ ਉਹ ਸ਼ਹਿਰੀ ਤਬਕੇ ਨੂੰ ਹੋਣਾ ਹੈ। ਉਸ ਮੁੱਦੇ ਤੇ ਕੇਜਰੀਵਾਲ ਸਾਹਿਬ ਨੇ ਇੱਕ ਦਿਨ ਵੀ ਨਾ ਕਿਸਾਨਾਂ ਦੇ ਬੰਦ ਕੀਤੇ ਸੱਦੇ ਤੇ ਕਦੀ ਦਿੱਲੀ ਬੰਦ ਕਰਾਈ ਹੈ, ਨਾ ਕਦੀ ਕੋਈ ਦਿੱਲੀ ਦੇ ਵਿੱਚ ਐਜੀਟੇਸ਼ਨ ਕੀਤਾ ਵੀ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਵੀ ਇਹ ਕਿਸਾਨ ਲੜਾਈ ਕਿਹਦੀ ਲੜ ਰਹੇ ਨੇ। ਕਿਉਂਕਿ ਸਭ ਤੋਂ ਵੱਡਾ ਇਸ ਵੇਲੇ ਦਿੱਲੀ ਜਿਹੜਾ ਵੱਡਾ ਸ਼ਹਿਰ ਸਾਨੂੰ ਲੱਗਦਾ ਹੈ ਹਿੰਦੁਸਤਾਨ ਦੀ ਰਾਜਧਾਨੀ ਹੈ, ਉੱਤੇ ਇਸ ਵੇਲੇ ਇਹ ਮਾਨਯੋਗ ਮੁੱਖ ਮੰਤਰੀ ਨੇ ਉੱਥੋਂ ਦੇ, ਉੱਥੇ ਇੱਕ ਵੀ ਐਜੀਟੇਸ਼ਨ ਦਿੱਲੀ ਨੂੰ ਅਵੇਅਰ ਕਰਨ ਵਾਸਤੇ ਦੱਸਿਆ ਹੋਵੇ। ਅੱਜ ਲੋਕਾਂ ਦੇ ਮਨ 'ਚ ਹੋ ਗਿਆ ਕਿ ਕਿਸਾਨ ਸਿਰਫ ਆਪਣੀਆਂ ਗੱਲਾਂ ਕਰ ਰਹੇ, ਆਪਣੀਆਂ ਜ਼ਮੀਨਾਂ ਦੀ ਲੜਾਈ ਲੜ ਰਹੇ। ਮੈਂ ਕਹਿਣਾ ਚਾਹੁੰਦਾ ਇਹ ਆਪਣੀਆਂ ਜ਼ਮੀਨਾਂ ਦੀ ਇਕੱਲੀ ਲੜਾਈ ਨਹੀਂ ਲੜ ਰਹੇ, ਇਹ ਜਿਹੜੇ ਮਹਿੰਗਾ ਸਮਾਨ ਤੁਹਾਨੂੰ ਮਿਲਣਾ ਐਸੈਂਸ਼ੀਅਲ ਕਮੋਡਿਟੀ ਐਕਟ ਜਿਹ 'ਚ ਇਹਨਾਂ ਨੇ ਜ਼ਖੀਰੇਬਾਜ਼ੀ ਦੀ ਖੁੱਲ੍ਹ ਦੇ ਦਿੱਤੀ ਹੈ, ਉਹਦਾ ਵਿਰੋਧ ਵੀ ਕਿਸਾਨ ਹੀ ਕਰ ਰਹੇ ਨੇ। ਅੱਜ ਜੇ ਇੱਕ ਜਿਹਦੇ ਕੋਲ ਮਰਲਾ ਜ਼ਮੀਨ ਵੀ ਨਹੀਂ ਹੈਗੀ ਉਹਦੇ ਹਿੱਤਾਂ ਦੀ ਰਾਖੀ ਵੀ ਕਿਸਾਨ ਕਰ ਰਿਹਾ, ਉਹਦੀ ਲੜਾਈ ਲੜ ਰਿਹਾ। ਕੇਜਰੀਵਾਲ ਸਾਹਿਬ ਇੱਕ ਦਿਨ ਦੱਸ ਦੇਣ ਜੇ ਕਿਤੇ ਉੱਥੇ ਕਦੀ ਬੰਦ ਤੋਂ ਸਮਾਇਤ ਕੀਤੀ ਹੋਵੇ। ਪਰ ਹੁਣ ਸਵਾਲ ਵੱਡਾ ਪੈਦਾ ਹੁੰਦਾ ਕਿ ਪੰਜਾਬ ਦੀ ਸਿਆਸਤ 'ਚ ਆਲਰੇਡੀ ਕੋਈ ਕੈਪਟਨ ਅਮਰਿੰਦਰ ਸਿੰਘ ਨੂੰ ਇੱਕਦਮ ਪਾਰਟੀ 'ਚੋਂ ਬਾਹਰ ਕੱਢਦਾ ਗਿਆ। ਇੱਕ ਪੰਜਾਬੀ 'ਚ ਕਹਾਵਤ ਆ ਕਿ ਮੱਖਣ 'ਚੋਂ ਵਾਲ ਬਾਹਰ ਕੱਢੀ ਦਾ, ਉੱਦਾਂ ਕੱਢ ਕੇ ਬਾਹਰ ਕੱਢਤਾ। ਇੱਕ ਮੁੱਖ ਮੰਤਰੀ ਦੇ ਇਹ ਹਾਲਾਤ ਨੇ ਤੇ ਬਾਕੀਆਂ ਦਾ ਕੀ ਬਣੂ? ਨਹੀਂ, ਇਹੋ ਜਿਹੀ ਕੋਈ ਮੱਖਣ 'ਚੋਂ ਵਾਲ ਕੀਤਿਆਂ ਬਾਹਰ ਨਹੀਂ ਕੱਢਿਆ। ਪਾਰਟੀ ਜਦੋਂ ਵੀ ਕੋਈ ਪਦਵੀ ਚੇਂਜ ਹੁੰਦੀ ਹੈ, ਪਾਰਟੀ 'ਚ ਹਮੇਸ਼ਾ ਤੁਸੀਂ ਪਿੱਛੇ ਦੇਖ ਲਓ ਇਸੇ ਤਰੀਕੇ ਨਾਲ ਪਾਰਟੀ ਛੱਡੀ। ਦੇਖੋ ਪਾਰਟੀ ਛੱਡੀ, ਗੁੱਸਾ ਹੁੰਦਾ ਹੈ ਮਨ ਦੇ ਵਿੱਚ, ਉਹਨਾਂ ਦੇ ਮਨ ਦੇ ਵਿੱਚ ਗੁੱਸਾ ਆਇਆ ਹੋਊਗਾ, ਪਰ ਉਹ ਸਾਡੇ ਸਤਿਕਾਰਯੋਗ ਸੀਨੀਅਰ ਲੀਡਰ ਨੇ, ਪਾਰਟੀ 'ਚ ਰਹਿਣਗੇ ਕਿਉਂਕਿ ਪਾਰਟੀ 'ਚ ਬਹੁਤ ਵੱਡੀ ਮਤਲਬ ਸਮੁੰਦਰ ਦੀ ਤਰ੍ਹਾਂ ਹੈ। ਪਰ ਉਹਦੇ 'ਚ ਬੜੀ ਅਹਿਮ ਰੋਲ ਜਿੰਨਾ ਇੰਨਾ ਮਤਲਬ ਆਪ ਉਹ ਕਹਿੰਦੇ 50 ਸਾਲ ਦੇ ਕਰੀਬ ਮੇਰਾ ਹੋ ਗਿਆ ਕਿ ਇਸ ਪਾਰਟੀ ਦੇ ਨਾਲ ਅਸੀਂ ਜੁੜ ਕੇ ਕੰਮ ਕੀਤਾ ਆ, ਤੇ ਉਹ ਮੇਰਾ ਖਿਆਲ ਨਹੀਂ ਕੋਈ ਇਹੋ ਜਿਹੀ ਗੱਲ ਹੋਵੇ, ਉਹ ਠੀਕ ਹੋ ਜਾਏਗਾ। ਸਮੁੰਦਰ ਦਾ ਦਾਇਰਾ ਬਹੁਤ ਛੋਟਾ ਹੋਈ ਜਾਂਦਾ ਪਿਆ। ਇੱਕ ਸਮਾਂ ਸੀ ਦੇਸ਼ ਭਰ ਦੇ ਵਿੱਚ ਕਾਂਗਰਸ ਪਾਰਟੀ ਸੀ, ਅੱਜ ਕੀ ਮਹਿਜ ਕੁਝ ਹੀ ਰਾਜਾਂ 'ਚ ਤੱਕ ਸੀਮਿਤ ਰਹਿ ਗਈ ਹੈ, ਕੁਝ ਐਮਪੀਆਂ ਤੱਕ ਨਹੀਂ ਸੀਮਿਤ ਰਹਿ ਗਈ ਹੈ। ਤੁਸੀਂ ਵੀ ਉਹਨਾਂ 'ਚੋਂ ਇੱਕ ਐਮਪੀ ਹੋ। ਨਹੀਂ, ਕਾਂਗਰਸ ਪਾਰਟੀ ਦਾ ਦਾਇਰਾ ਛੋਟਾ ਨਹੀਂ ਹੋ ਰਿਹਾ, ਕਾਂਗਰਸ ਪਾਰਟੀ ਦਾ ਦਾਇਰਾ ਤੇ ਉੱਡਾ ਹੀ ਹੈ। ਠੀਕ ਗੱਲ ਹੈ, ਇਲੈਕਸ਼ਨਾਂ ਨਹੀਂ ਜਿੱਤੀਆਂ ਜਾ ਰਹੀਆਂ, ਉਹ ਤੇ ਸਮੇਂ ਦੇ ਲਿਹਾਜ਼ ਨਾਲ ਤੁਹਾਨੂੰ ਇਹ ਚੇਂਜਸ ਆਉਂਦੀਆਂ ਹੁੰਦੀਆਂ ਇਹ ਲੋਕਾਂ ਦੇ ਉੱਤੇ ਅੱਗੇ ਲੋਕ ਕੀ ਫੈਸਲਾ ਕਰਦੇ। ਪਰ ਕਾਂਗਰਸ ਪਾਰਟੀ ਦਾ ਦਾਇਰਾ ਤਾਂ ਉੱਥੇ ਦਾ ਉੱਥੇ ਹੀ ਹੈ, ਵਰਕਰ ਵੀ ਹੈਗਾ, ਹਰ ਚੀਜ਼ ਹੈਗੀ ਹੈ। ਪਰ ਜਦੋਂ ਗੱਲ ਕੋਈ ਲੈ ਕੇ ਲੋਕਾਂ 'ਚ ਜਾਂਦੇ ਆ, ਜੇ ਲੋਕ ਨਹੀਂ ਉਹਨੂੰ ਚੀਜ਼ ਨੂੰ ਮੰਨਦੇ ਤੇ ਉਹਦੇ 'ਚ ਉਹ ਵੀ ਅਸੀਂ ਐਕਸੈਪਟ ਕਰਦੇ ਹਾਂ। ਬੀਐਸਐਫ ਵਾਸਤੇ ਕੁਝ ਕਰੋਗੇ ਤੁਸੀਂ? ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਤੁਹਾਨੂੰ ਮੈਂਬਰ ਪਾਰਲੀਮੈਂਟ, ਸਭ ਤੋਂ ਵੱਡੀ ਬਾਰਡਰ ਬੈਲਟ ਤੇ ਤੁਸੀਂ ਮੈਂਬਰ ਪਾਰਲੀਮੈਂਟ ਹੋ। ਤੁਹਾਡੇ ਕੋਲ ਕੋਈ ਲੋਕ ਉਮੀਦ ਕਰਨ ਕਿ ਜਾਂ ਛੱਡ ਦੇਣ? ਨਹੀਂ, ਤੁਸੀਂ ਮੈਨੂੰ ਇੱਕ ਗੱਲ ਦੱਸੋ ਅਮਿਤ ਜੀ, ਜਦੋਂ ਦੇ ਅਸੀਂ ਚੁਣ ਕੇ ਗਏ ਆ, ਕੋਈ ਮੈਨੂੰ ਇਹ ਮੁੱਦਾ ਦੱਸੋ ਵੀ ਜਿਹਦੇ ਤੇ ਅਸੀਂ ਕੱਲ ਨਹੀਂ ਇੱਕ ਮਿੰਟ ਮੇਰੀ ਇਹਨੇ ਅੱਜ ਦੇ ਮੁੱਦੇ ਦੀ ਗੱਲ ਸੁਣ ਲਓ ਨਾ ਜੀ। ਪਹਿਲਾਂ ਤੁਸੀਂ ਕਿਸਾਨੀ ਮੁੱਦੇ ਦੀ ਗੱਲ ਕਰੋਗਾ, 350 ਦਿਨ ਕਿਹੜਾ ਮੈਂਬਰ ਪਾਰਲੀਮੈਂਟ ਹੈ? ਨਹੀਂ, ਇੱਕ ਮਿੰਟ ਗੱਲ ਪੂਰੀ ਸੁਣ ਲਓ ਜੀ ਸਰ। ਕਿਹੜਾ ਮੈਂਬਰ ਪਾਰਲੀਮੈਂਟ ਹੈ ਜਿਹੜਾ ਲੋਕਾਂ ਦੇ ਹੱਕ 'ਚ ਫੁੱਟਪਾਥ ਤੇ ਸੁੱਤਾ ਹੋਵੇ ਆ ਤੁਹਾਡੇ ਸਾਹਮਣੇ ਬੈਠਾ? ਤੇ ਜੇ ਮੈਂ ਉਹ ਸੌਂ ਸਕਦਾ ਤੇ ਤੁਹਾਨੂੰ ਕੀ ਲੱਗਦਾ ਕਿ ਇਹ ਮੁੱਦਾ ਅਸੀਂ ਛੱਡ ਦਿਆਂਗੇ? ਮਤਲਬ ਹੀ ਨਹੀਂਗਾ। ਦਿੱਲੀ ਦੇ ਵਿੱਚ ਇਹਦੀ ਆਵਾਜ਼ ਗੂੰਜੇਗੀ ਬਿਲਕੁਲ, ਜਿਹੜਾ ਪਾਰਟੀ ਪ੍ਰੋਗਰਾਮ ਬਣਾ ਰਹੀ ਹੈ, ਜਿਹੜਾ ਪਾਰਟੀ ਪ੍ਰੋਗਰਾਮ ਦਊਗੀ, ਕਿਉਂਕਿ ਜਦੋਂ ਇੰਡੀਵਿਜੂਅਲ ਪ੍ਰੋਗਰਾਮ ਨਹੀਂ ਇਹਦੇ ਚੱਲਦੇ ਹੁੰਦੇ, ਪਾਰਟੀ ਵੱਲੋਂ ਹੀ ਪ੍ਰੋਗਰਾਮ ਦਿੱਤਾ ਜਾਣਾ ਹੈ। ਮੇਰਾ ਖਿਆਲ 2-3 ਦਿਨ ਦੇ ਵਿੱਚ ਤੁਹਾਨੂੰ ਪ੍ਰੋਗਰਾਮ ਸਾਰੇ ਆ ਜਾਣਗੇ। ਅਸੀਂ ਡਟ ਕੇ ਇਹਦਾ ਵਿਰੋਧ ਕਰ ਰਹੇ ਹਾਂ, ਸ਼ੁਰੂ 'ਚ ਵੀ ਕੀਤਾ, ਹੁਣ ਵੀ ਕਰ ਰਹੇ ਤੇ ਗਾਂ ਵੀ ਕਰਨਾ ਹੈ, ਕਿਉਂਕਿ ਇਹ ਜਿਹੜਾ ਅਧਿਕਾਰ ਖੇਤਰ ਘਟਿਆ ਵਾ ਪੰਜਾਬ ਦਾ, ਉਹਦੀ ਲੜਾਈ ਹੈ। ਅਸੀਂ ਫੋਰਸਾਂ ਬਹੁਤ ਵਧੀਆ ਨੇ, ਫੋਰਸਾਂ ਦੀ ਸਾਨੂੰ ਕੋਈ ਸ਼ੰਕਾ ਨਹੀਂ, ਪਰ ਇਹਨਾਂ ਦੀ ਕਾਰਜਸ਼ੈਲੀ ਇਹੀ ਜਿਹੀ ਹੈ ਬੀਜੇਪੀ ਦੀ ਕਿ ਜਿਸ ਤਰੀਕੇ ਦੇ ਨਾਲ ਇਹ ਜਿਸ ਨੂੰ ਵੀ ਚਾਹੁੰਦੇ ਆ ਫਸਾ ਲੈਂਦੇ ਨੇ, ਜਿਸ ਨੂੰ ਵੀ ਚਾਹੁੰਦੇ ਆ ਉਹਦੇ ਤੇ NIA, ਉਹਦੇ ਤੇ NDP ਐਕਟ ਦੇ ਪਰਚੇ, ਉਹਨੂੰ ਕਿਸੇ ਨਾ ਕਿਸੇ ਮਤਲਬ ਬਲੇਮੇ 'ਚ ਲੈ ਆਉਂਦੇ ਆ ਅਨਅਧਿਕਾਰਤ ਤੌਰ ਤੇ, ਗੈਰ ਕਾਨੂੰਨੀ ਤੌਰ ਤੇ। ਸੋ ਇਹਨਾਂ ਦਾ ਜਿਸ ਤਰੀਕੇ ਨਾਲ ਪਿਛਲੇ ਸਮੇਂ ਦੇ ਵਿੱਚ ਨਿਆਂ ਪ੍ਰਣਾਲੀ ਤੇ, ਕਾਰਜ ਪ੍ਰਣਾਲੀ ਤੇ ਔਰ ਵਿਧਾਨ ਪਾਲਿਕਾ ਦੇ ਵਿੱਚ ਇਹਨਾਂ ਦਾ ਇੱਕ ਡਿਕਟੇਟਰਸ਼ਿਪ ਦੇਖਣ ਨੂੰ ਮਿਲੀ ਹੈ, ਪ੍ਰਭਾਵ ਇਹਨਾਂ ਦਾ ਦੇਖਣ ਨੂੰ ਮਿਲਿਆ, ਉਹ ਸ਼ੰਕੇ ਪੈਦਾ ਕਰਦਾ ਹੈ। ਸਾਨੂੰ ਫੋਰਸਾਂ ਤੇ ਕੋਈ ਦਿੱਕਤ ਨਹੀਂ ਗਈ, ਫੋਰਸਾਂ ਸਾਡੀਆਂ ਬਹੁਤ ਵਧੀਆ ਨੇ, ਪਰ ਜੇ ਫੋਰਸਾਂ ਹੀ ਇਹਨਾਂ ਦੇ ਅੰਡਰ ਨੇ ਗਲਤ ਕੰਮ ਕਰਾਉਣਗੇ, ਸਾਨੂੰ ਉਹ ਸ਼ੰਕਾ ਹੈ ਕਿ ਉਹਦੇ ਨਾਲ ਇਹ ਨੁਕਸਾਨ ਕਰਨਗੇ। ਔਰ ਸਾਡੇ ਜਿਹੜਾ ਅਧਿਕਾਰ ਖੇਤਰ ਹੈ, ਪੰਜਾਬ ਦਾ ਅਧਿਕਾਰ ਖੇਤਰ ਘਟਿਆ ਵਾ, ਉਹਦੇ ਤੇ ਸੱਟ ਵੱਜਦੀ ਆ। ਜੇ ਕੋਈ ਇਹਨਾਂ ਨੂੰ ਮਸਲੇ ਨੇ, ਬਿਲਕੁਲ ਲੜਾਈ ਲੜਾਂਗੇ, ਕਿਉਂ ਨਹੀਂ ਲੜਾਂਗੇ? ਇਹ ਸਾਡੀ ਲੜਾਈ ਆ, ਇਹ ਸਾਡੇ ਬਾਰਡਰ ਬੈਲਟ ਦੇ ਲੋਕਾਂ ਦੀ ਲੜਾਈ ਆ। ਤੁਹਾਡੀ ਇੱਕ ਰਿਸਪੌਂਸਿਬਿਲਟੀ ਵੀ ਬੰਦੀ ਬਤੌਰ ਮੈਂਬਰ ਪਾਰਲੀਮੈਂਟ। ਬਿਲਕੁਲ, ਉਹ ਤੇ ਅਸੀਂ ਕਿਸੇ ਵੀ ਰਿਸਪੌਂਸਿਬਿਲਟੀ ਲੋਕਾਂ ਨੇ ਵੋਟਾਂ ਪਾ ਕੇ ਤੁਹਾਨੂੰ ਜਿਤਾਤਾ, ਹੁਣ ਜਿਹੜੇ ਮਸਲੇ ਨੇ ਤੁਸੀਂ ਹੱਲ ਕਰਾਣੇ। ਮੈਂ ਤੁਹਾਨੂੰ ਕਿਹਾ ਜੀ ਵੋਟਾਂ ਪਾ ਕੇ ਜਿਤਾਇਆ, ਤੁਸੀਂ ਦੱਸੋ ਨਾ ਜੀ ਕੋਈ ਇੱਕ ਮਸਲੇ ਤੇ ਵੀ ਅਸੀਂ ਇੱਕ ਪੈਰ ਪਿੱਛੇ। ਅਧਿਕਾਰ ਖੇਤਰ ਦੀ ਗੱਲ ਕਰ ਰਹੇ ਹਾਂ, ਕਿਉਂਕਿ ਵੇਖੋ ਬੰਦੇ ਦੇ ਨਾ ਸੁਭਾਅ ਦਾ ਪਤਾ ਲੱਗ ਜਾਣਾ ਚਾਹੀਦਾ ਵਾ ਕਿ ਇਹਦਾ ਸੁਭਾਅ ਕੀ ਹੈ ਸ਼ੁਰੂ ਤੋਂ। ਇੱਕ ਦਿਨ ਦੇ ਨਾਲ ਮੇਰਾ ਸੁਭਾਅ ਕੋਈ ਚੇਂਜ ਨਹੀਂ ਹੋਣਾ। ਇਹੋ ਜਿਹੇ ਮੁੱਦੇ ਜਿਹੜੇ ਲੋਕਾਂ ਨਾਲ ਜੁੜੇ ਆ, ਜਿਹੜੇ ਪੰਜਾਬ ਨਾਲ ਜੁੜੇ ਆ, ਜਿਹੜੇ ਲੋਕ ਹਿਤੈਸ਼ੀ ਨੇ, ਉਹਦਾ ਵਾਸਤੇ ਹਮੇਸ਼ਾ ਅਸੀਂ ਮਤਲਬ ਮੋਹਰੀ ਹੋ ਕੇ ਕੰਮ ਕੀਤਾ ਤੇ ਕਰਦੇ ਰਹਿਣਾ ਹੈ। सांसद गुरजीत सिंह औजला जिन्होंने कहा कि आने वाले समय 'ਚ लंबी लड़ाई लड़ी जाएगी और कांग्रेस पार्टी ਵੱਡੇ ਪੱਧਰ ਦੇ ਉੱਤੇ ਜਿਹੜਾ ਹੈ ਇਹਦੇ ਵਿੱਚ ਆਪਣੀ ਇੱਕ ਮੁਹਿੰਮ ਤਿਆਰ ਕਰ ਰਹੀ ਹੈ, ਜਿਹਦੇ ਆਉਣ ਵਾਲੇ ਸਮੇਂ ਦੱਸਿਆ ਜਾਏਗਾ। ਤਾਂ ਕੁੱਲ ਮਿਲਾ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਉਹਨਾਂ ਦਾ ਸਿੱਧਾ ਜਵਾਬ ਅੱਜ ਕਾਂਗਰਸ ਪਾਰਟੀ ਵੱਲੋਂ ਦਿੱਤਾ ਗਿਆ ਹੈ। ਕੈਮਰਾਮੈਨ ਅਕਸ਼ੇ ਦੇ ਨਾਲ ਸੁਮਿਤ ਖੰਨਾ, ਜਗਬਾਣੀ TV, ਅੰਮ੍ਰਿਤਸਰ।
ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।